ਇਹ ਗੱਲ ਫਿਰ ਕਰਾਂਗੇ ਡਿਸਕਸ਼ਨ। ਅੱਛਾ, ਸਰੀਰ ਦੀ ਖੁਰਾਕ ਕੀ? ਖਾਣਾ ਪੀਣਾ। ਤੇ ਮਨ ਦੀ ਖੁਰਾਕ ਕੀ ਹੈ? ਨਿੰਦਿਆ, ਝੂਠ, ਚੁਗਲੀ, ਟੀਵੀ, ਗੰਦੀਆਂ ਮੰਦੀਆਂ, ਐਰਾ ਵਗੈਰਾ ਸਭ ਕੁਝ ਇਹ ਮਨ ਦੀ ਖੁਰਾਕ ਹੈ। ਅੱਜ ਸਾਡਾ ਮਨ ਤਾਕਤਵਰ ਹੋ ਜਾਂਦਾ ਕਿਉਂਕਿ ਉਹਨੂੰ ਖੁਰਾਕ ਮਿਲਦੀ ਕਿ ਨਹੀਂ ਮਿਲਦੀ? ਮੋਬਾਈਲ, ਟੀਵੀ, ਡਰਾਮੇ ਡਰੂਮੇ ਮਿਲਦੇ ਵਾਧੂ, ਕਿਉਂ ਜੀ ਵਾਧੂ? ਹਾਂ, ਤੇ ਮਨ ਤਾਕਤਵਰ ਹੋ ਜਾਂਦਾ। ਤੇ ਆਤਮਾ ਦੀ ਖੁਰਾਕ ਕੀ ਸੀ? ਸਿਮਰਨ ਤੇ ਬਾਣੀ। ਸਿਮਰਨ ਤੇ ਸਾਰੇ ਬੋਲੋ, ਸਿਮਰਨ ਤੇ ਬਾਣੀ। ਇਹਨਾਂ ਦੋਵਾਂ ਦਾ ਵਿਚਕਾਰ ਜਿਹੜਾ ਨਾ ਉਹ ਹੈਗਾ ਮਨ। ਮਨ ਕਿਸੇ ਨੇ ਵੇਖਿਆ ਨਹੀਂ ਕਿਉਂਕਿ ਇਹ ਸਰੀਰ ਦਾ ਕੋਈ ਹਿੱਸਾ ਨਹੀਂ ਹੈ, ਪਰ ਮੈਂ ਇਹਦੇ ਤੇ ਡਿਸਕਸ਼ਨ ਸਪੈਸ਼ਲ ਤੌਰ ਤੇ ਕਰਾਂਗਾ ਮਨ ਆਤਮਾ ਦੇ, ਪਰ ਅੱਜ ਨਹੀਂ, ਇਹਦੇ ਲਈ ਸਮਾਂ ਚਾਹੀਦਾ। ਤੁਸੀਂ ਕਿਸੇ ਨੂੰ ਬੁਲਾ ਲੈਣਾ, ਫਿਰ ਆਪਾਂ ਇਹਦੇ ਡਿਸਕਸ਼ਨ ਕਰਾਂਗੇ। ਇਹ ਮਨ ਕਦੋਂ ਪੈਦਾ ਹੁੰਦਾ? ਜਦੋਂ ਸਰੀਰ ਪੈਦਾ ਹੁੰਦਾ। ਲਾਗਤ ਪਵਨ ਖਸਮ ਵਿਸਰਾਇਆ, ਜੀਰਾ ਪ੍ਰਭ ਕੇ ਗੁਣ ਗਾਓ। ਪਰਮਾਤਮਾ ਦੇ ਨਾਲ ਜਦੋਂ ਆਤਮਾ ਪਰਮਾਤਮਾ ਦੇ ਨਾਲੋਂ ਵਿਛੜੀ ਤੇ ਇਹਨੇ ਕਿਹਾ ਮੈਂ ਵਾਪਸ ਮਿਲਣਾ ਹੈ, ਕਿਉਂਕਿ ਹਰੇਕ ਚੀਜ਼ ਆਪਣੇ ਵਿੱਚ ਮਿਲ ਕੇ ਖੁਸ਼ੀ ਹੁੰਦੀ। ਹੁਣ ਪਾਣੀ ਧਰਤੀ ਦੇ ਪਾਣੀ ਤੋਂ ਥੱਲੇ ਜਾਂਦਾ ਕਿ ਉੱਪਰ ਜਾਂਦਾ? ਥੱਲੇ ਜਾਂਦਾ। ਕਿਉਂ? ਕਿਉਂਕਿ ਸਮੁੰਦਰ ਤਲ ਥੱਲੇ ਹੈ। ਸਭ ਤੋਂ ਵੱਡਾ ਸੋਮਾ ਜਿਹੜਾ ਪਾਣੀ ਦਾ ਸਮੁੰਦਰ, ਉਧਰ ਨੂੰ ਜਾਣ ਕਰਦਾ ਕਿਉਂਕਿ ਵੈਪੋਰਾਈਜ਼ ਹੋਇਆ ਸੀ ਮੀਂਹ ਨਾਲ, ਬੱਦਲਾਂ ਨਾਲ, ਫਿਰ ਪਹਾੜਾਂ ਤੱਕ ਆ ਗਿਆ। ਸਾਰੀਆਂ ਨਦੀਆਂ ਸਮੁੰਦਰ 'ਚ ਜਾਂਦੀਆਂ, ਜਾ ਕੇ ਉਹਨੂੰ ਖੁਸ਼ੀ ਮਿਲਦੀ ਹੈ। ਨੀਵੇਂ ਜਾ ਕੇ ਪਾਣੀ ਚੱਲਦਾ ਨਿਮਾਣ ਨੂੰ, ਨਿਰਮਲ ਸੀਤਲ ਸੁਧ ਪ੍ਰਾਣੀ, ਧਰਤੀ ਪੈਰਾਂ ਹੇਠਾਂ, ਧਰਤੀ ਹੇਠ ਹੁੰਦਾ ਪਾਣੀ, ਕਿਉਂਕਿ ਉਹਦਾ ਸੋਮਾ ਕਿੱਥੇ ਤੇ ਆਗ ਉੱਪਰ ਕਿਉਂ ਜਾਂਦੀ? ਕਿਉਂਕਿ ਸੂਰਜ ਵਾਲੇ, ਕਿਉਂਕਿ ਉਹ ਉੱਪਰ ਵੱਲ ਜਾਂਦੀ ਹੈ, ਸੂਰਜ ਵਾਲੇ ਪਾਸੇ ਜਾਣਾ ਚਾਹੁੰਦੀ ਕਿਉਂਕਿ ਸਾਰੀ ਊਰਜਾ ਤੋਂ ਨਿਕਲੀ ਹੋਈ ਹੈ। ਚਲੋ, ਤੇ ਆਤਮਾ ਜਿਹੜੀ ਹੈ ਨਾ ਪਰਮਾਤਮਾ ਨੂੰ ਮਿਲਣਾ ਚਾਹੁੰਦੀ, ਕਹਿੰਦੇ ਮਿਲਣਾ। ਕਹਿੰਦੇ ਫਿਰ ਪਰਮਾਤਮਾ ਕਹਿੰਦਾ ਵੀ ਜੇ ਤੂੰ ਮਿਲਣਾ ਹੈ ਨਾ ਫਿਰ ਏਦਾਂ ਕਰ, ਇਹ ਮਨ ਲੈ ਜਾ। ਕੀ ਲੈ ਜਾ? ਜਦੋਂ ਤੇਰਾ ਇੱਥੇ ਸੰਸਾਰ ਵਿੱਚ ਆਏਗੀ ਤੇ ਮਨ ਵੀ ਪੈਦਾ ਹੋਏਗਾ, ਇਹ ਤੈਨੂੰ ਮਿਲਣਾ ਮਿਲਾਏਗਾ, ਇਹ ਤੈਨੂੰ ਮਿਲਣਾ। ਉਹ ਕਹਿੰਦੇ ਉਹ ਕਿਸ ਤਰ੍ਹਾਂ? ਕਹਿੰਦੇ ਇੱਕ ਗੱਲ ਚੇਤੇ ਰੱਖੀ, ਜੇ ਮਨ ਜਿਹੜਾ ਹੈ ਨਾ, ਕਬੀਰ ਜੀ ਨੇ ਇੱਥੇ ਪੰਕਤੀ ਲਿਖੀ ਹੈ, ਬੋਲੋ, ਲੈ ਕੋ ਚੁੰਗਿਆ ਨਿਤ ਭੇਡ। ਭੇਡ ਦਾ ਭੇਡ ਕੀ ਹੁੰਦੀ? ਬੱਕਰੀ ਭੇਡਾਂ ਹੁੰਦੀਆਂ ਨਾ, ਉਹਨਾਂ ਦੇ ਬੱਚੇ ਨੂੰ ਕੀ ਕਹਿੰਦੇ ਨੇ? ਲੇਲਾ। ਕੀ ਕਹਿੰਦੇ ਨੇ? ਹਾਂ, ਤੇ ਲੇਲਾ ਦੁੱਧ ਚੁੰਗਦਾ ਵਾ ਕਿ ਬੱਕਰੀ ਲੇਲੇ ਨੂੰ ਚੁੰਗਦੀ ਹੈ? ਲੇਲਾ ਦੁੱਧ। ਪਰ ਕਬੀਰ ਜੀ ਉਲਟਾ ਕਹਿ ਰਹੇ। ਕਬੀਰ ਜੀ ਕਹਿੰਦੇ ਲੇਲੇ ਕੋ ਚੁੰਗਿਆ ਨਿਤ ਭੇਡ। ਹੋਇਆ ਕਿ ਇਹ ਆਤਮਾ ਤੋਂ ਪੈਦਾ ਹੋਇਆ ਸੀ। ਜਦੋਂ ਮਨ ਪੈਦਾ ਹੋਇਆ ਨਾ, ਪਰਮਾਤਮਾ ਨੇ ਕਿਹਾ ਕਿ ਜੇਕਰ ਆਤਮਾ ਮਨ ਦੇ ਪਿੱਛੇ ਲੱਗ ਗਈ ਤੇ ਮੇਰੇ ਤੋਂ ਵਿਛੋੜਾ, ਮੇਰੇ ਤੋਂ। ਤੇ ਜੇਕਰ ਮਨ ਆਤਮਾ ਦੇ ਪਿੱਛੇ ਲੱਗ ਗਿਆ ਫਿਰ ਮੇਰਾ ਮਿਲਾਪ, ਫਿਰ ਮੇਰਾ। ਤਾਂ ਹੀ ਤੇ ਮਨ ਨੇ ਕਿਹਾ ਮਨ ਜੀਤਾ ਜਗ ਜੀਤ। ਇਹ ਸਰੀਰ ਜਿਹਦੇ ਪਿੱਛੇ ਲੱਗ ਗਿਆ, ਜਿਹਦੇ ਆਤਮਾ ਦੇ ਪਿੱਛੇ ਲੱਗ ਗਿਆ ਸਰੀਰ, ਫਿਰ ਪਰਮਾਤਮਾ ਨਾਲ ਮਿਲਾਪ। ਜੇ ਮਨ ਪਿੱਛੇ ਲੱਗ ਗਿਆ ਤੇ ਫਿਰ ਕੀ ਹੈ? ਵਿਛੋੜਾ। ਤੇ ਬਾਣੀ ਕੀ ਕਰਦੀ ਹੈ? ਤੁਹਾਨੂੰ ਦੱਸਦੀ ਹੈ ਵੀ ਮਨ ਨੂੰ ਆਪਣੇ ਮਗਰ ਕੀਤਾ ਜਾਣਾ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਰੰਗ ਰਲੀਆਂ ਮਾਣੋ ਮੇਰੇ ਪਿਆਰੇ ਘਰ ਵਸੇ ਹੈ। ਮਨ ਨੂੰ ਮਿੱਤਰ ਕਿਹਾ ਗਿਆ, ਕਿਤੇ ਕਿਤੇ ਦੂਜਾ ਵੀ ਕਿਹਾ ਗਿਆ ਇਸ ਪਾਸੇ ਗੱਲ। ਚਲੋ ਇਹ ਮੈਂ ਫਿਰ ਗੱਲਾਂ ਕਰਾਂਗੇ। ਆਪਾਂ ਸਮਾਪਤੀ ਕਰਦੇ ਹੋਏ ਵਾਪਸ ਆ ਜਾਈਏ। ਬੜੇ ਸਹਿਜ ਪਾਠ ਕਰਨਾ ਇੰਨਾ ਜ਼ਰੂਰੀ ਜਿੰਨਾ ਸਾਹ ਲੈਣਾ, ਜਿੰਨਾ ਸਾਹ ਲੈਣਾ। ਜੇ ਅਸੀਂ ਕੱਲੀ ਦੁਨਿਆਵੀ ਪੜ੍ਹਾਈ ਕਰੀਏ, ਦੁਨਿਆਵੀ ਸਰਟੀਫਿਕੇਟ ਇਕੱਠੀ ਕਰੀਏ, ਦੁਨਿਆਵੀ ਮਾਇਆ ਇਕੱਠੀ ਕਰੀਏ, ਜ਼ਮੀਨ ਜਾਇਦਾਦ ਇਕੱਠੀ ਕਰੀਏ, ਤੇ ਸਾਡੀ ਆਤਮਿਕ ਤੌਰ ਤੇ ਜ਼ਮੀਰ ਮਰ ਜਾਏਗਾ ਤੇ ਸਾਡੀ ਆਤਮਾ ਮਰੀ ਹੋਏਗੀ, ਜ਼ਮੀਰ ਮਰਿਆ ਹੋਏਗਾ ਪਰ ਸਰੀਰ ਜਿੰਦਾ ਹੋਏਗਾ। ਸੋ ਬੋਲੋ, ਮੱਛੀ ਪਾਣੀ ਬਿਨਾ, ਸਿੱਖ ਬਾਣੀ ਬਿਨਾ, ਜਿੰਦਾ ਨਹੀਂ ਰਹਿ ਸਕਦਾ। ਜੇ ਜਿੰਦਾ ਹੈ ਤਾਂ ਲਾਸ਼ ਹੈ। ਪੰਕਤੀ ਬੋਲਦਾ ਮੈਂ ਇੱਥੇ। देखो मतलब जिंदगी कि मैं अपनी गल कोई नहीं कर रहा। बोलो, खात पीत खिलत, हस्त विस्तार, कवन अर्थ, मृतक श्रृंगार। खात पीत खिलत, खात मैंने खाना, पीत मैंने खिलत मैंने हस्त मैंने विस्तार मैंने विस्तार करना। 5वीं तो 10वीं तो 10वीं तो 12वीं BA MA BEd बड़ा डिग्रियां कटियां करनियां। ਜ਼ਮੀਨਾਂ ਦੀਆਂ ਜ਼ਮੀਨਾਂ, ਕਿੱਲਿਆਂ ਦੇ ਕਿੱਲੇ ਖਰੀਦੀ ਜਾਣੇ, ਬੈਂਕਾਂ ਦੀਆਂ ਬੈਂਕਾਂ ਭਰੀ ਜਾਣੀਆਂ, ਐਫਡੀਆਂ ਕਰਾਈ ਜਾਣੀਆਂ, ਸਭ ਤੋਂ ਵਿਸਤਾਰ ਕਰੀ ਜਾਣਾ। ਪਰ ਮਾਰੇ ਕਹਿੰਦੇ ਕੀ ਫਾਇਦਾ? ਇਹਦੇ ਡੈਡ ਬੋਡੀ ਨੂੰ ਸ਼ਿੰਗਾਰ ਕਰਨ ਵਾਲਾ ਫਾਇਦਾ ਹੈ, ਕਿਉਂਕਿ ਅੰਦਰੋਂ ਤੇ ਕਦੀ ਜਿੰਦਾ ਹੀ ਨਹੀਂ ਹੈਗਾ, ਕਿਉਂਕਿ ਆਖਾਂ ਜੀਵਾਂ ਵਿਸਰੈ ਨਾ। ਪਰਮਾਤਮਾ ਬਾਣੀ ਕੀ ਹੈ? ਪਰਮਾਤਮਾ ਦੀ ਉਸਤਤ ਹੈ। ਜਿੰਨੀ ਗਾਓਗੇ ਉਨੀ ਤੁਹਾਡੀ ਆਤਮਾ ਬਲਵਾਨ ਹੋਏਗੀ। ਫਿਰ ਤੁਸੀਂ ਕਦੀ ਵੀ ਡਾਕਟਰ ਬਣ ਕੇ ਫਿਰਦੇ ਵੇਚੋਗੇ, ਇੰਜੀਨੀਅਰ ਬਣ ਕੇ ਮਾੜਾ ਫੁੱਲ, SHO ਬਣ ਕੇ ਨਸ਼ਾ ਕਦੀ ਵੀ, ਜੱਜ ਬਣ ਕੇ ਗਲਤ ਜਜਮੈਂਟ। ਹਾਂ, ਉਹਦੀ ਮੈਂ ਦੋ ਬਸ ਐਗਜ਼ਾਮਪਲ ਦੇ ਲੱਗਾ। ਨੱਥੂ ਰਾਮ ਨੇ 3rd ਕਲਾਸ ਵਿੱਚ ਪਾਠ ਸ਼ੁਰੂ ਕੀਤਾ। ਕਿਹੜੀ ਕਲਾਸ ਵਿੱਚ? 3rd ਕਲਾਸ ਵਿੱਚ। ਕਿਹਨੇ ਪਾਠ ਸ਼ੁਰੂ ਕੀਤਾ? ਵੀ ਆਰ ਟੂ ਲੇਟ। ਆਪਾਂ ਦੇਖੋ ਕਿੰਨੀ ਲੇਟ ਆਂਦੇ।
यार लानत है, 10 मिनट नहीं कर सकते वाहिगुरू वास्ते। जिन्हें शरीर दिता लै सकता ना 1 मिनट चो कि नहीं लै सकता? अखा दित्तियां, हाथ दिते, दिमाग दिता, शरीर दिता, मां प्यो दिते सेवा करने वास्ते, दादा दादी दिते प्यार करने वास्ते, अध्यापक साहब दिते ज्ञान देने वास्ते। इन्ना कुछ उन्हें दिता, 10 मिनट नहीं दे सकती यार, कितनी शर्म की गल। 1440 मिनट से कितनी शर्म की गल है कि गुरु ग्रंथ ਸਾਹਿਬ मथा ते टेकना पर उन्होंने गल्लां नहीं करनी यार। ਤੁਹਾਡੇ ਘਰ 'ਚ ਬਜ਼ੁਰਗ ਹੋਣ, ਬਜ਼ੁਰਗ ਦੇ ਨਾਲ ਤੁਸੀਂ ਕਦੀ ਗੱਲ ਨਾ ਕਰੋ, ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਬਾਬਾ ਨਾਨਕ ਜੀ ਦੱਸਦੇ ਨੇ ਕਿ ਮੇਰੇ ਬੱਚੇ ਮੇਰੇ ਨਾਲ ਗੱਲਾਂ ਕਰਨ। ਸਹਿਜ ਪੜ ਕੀ ਹੈ? ਗੱਲਾਂ ਕੀ ਹੈ? ਗੱਲੀ ਗੱਲਾਂ ਸਿਰਜਣਹਾਰ, ਗੱਲੀ ਗੱਲਾਂ ਇਹ ਸਿਰਜਣਹਾਰ ਦੀਆਂ ਗੱਲਾਂ ਨੇ। ਅੱਛਾ 1440 ਮਿੰਟਾਂ 'ਚ ਮੈਂ ਤੁਹਾਨੂੰ 1000 ਮਿੰਟ ਨਹੀਂ ਕਹਿੰਦਾ, ਤੁਸੀਂ ਆਪਣੇ ਸਰੀਰ ਨੂੰ ਦਿਓ, ਪੜ੍ਹਾਈ ਨੂੰ ਦਿਓ, ਪਰਿਵਾਰ ਨੂੰ ਦਿਓ। ਸੋਵੋ ਵੀ, ਖਾਓ ਵੀ, ਪੀਓ ਵੀ, ਹੱਸੋ ਵੀ, ਖੇਡੋ ਵੀ। 400 ਮਿੰਟ ਵੀ ਮੈਂ ਕਹਿੰਦਾ, ਮੈਂ 40 ਮਿੰਟ ਵੀ ਨਹੀਂ ਕਹਿੰਦਾ। 30 ਮਿੰਟ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ? नहीं किधर नहीं आठ को नहीं बैठे हैं भाई वास्ते टचे कोई जावे भाई तो दे सकते हो कि नहीं? चलो रह दो। 20 मिनट दे सकते हो? ओए 10 मिनट दे सकते हो? जिस परमात्मा ने 1440 मिनट से दे देते तो 10 मिनट भी दे सकते हैं, चौकड़ी मार के नहीं रह सकते हो। हाँ डरना कोई नहीं, जो डर गया सो जीना चाहते हो तो मरना चाहते हो। केड़े विद्यार्थी जीना चाहते हैं हाथ खड़े करो, जेड़े इंसान जीना चाहते हैं सच्ची मुझी जीना, सीधे हथ टुटे या नहीं सीधे, शाबाश चले कर लो। ते जीवन पुत्र तुहानू मैं नहीं दस सकता, गुरबाणी तुहानू पढ़ के पता लगनी है। नत्थू राम ने 3वीं क्लास सर पाठ शुरू किया नत्थू राम ने, और नत्थू राम जी पता कौन पढ़ गए? आज दुनिया के 90% गुरुद्वारे च नत्थू राम के अर्थ लिखे जाते हैं हुक्मनामे के। मैम श्री दरबार साहब जेडे हुक्मनामे के अर्थ लिखे जाते हैं नत्थू राम वालों किए हुए हैं। वैसे गुरबाणी के अर्थ कोई कर नहीं सकता, क्योंकि गुरबाणी अर्थां की मोहताज नहीं, गुरबाणी के अर्थ गुरबाणी ही करती है। असली अर्थ पता किहड़े ने? दस दवा कि रहन दवा? दसोगे तो नहीं किसी ने? चेतक नहीं रखोगे? सुनो फिर असली अर्थ वो ने जो तुसीं बाणी पढ़दे हो तुहाडे अंदरों अर्थ निकलणगे। बाकी सहायता लै सकते हो पर असली अर्थ किहड़े ने तुहाडे अंदरों ने। दुनिया के सारे जिहड़े अर्थ करने वाले ने ना वो लिखते हैं जी मैं ये गुरबाणी के अर्थ नहीं कर रहा, मैं अपनी विचार पेश कर रहा। की कर रहा है? मैं विचार पेश जिन्होंने जिन्नी किसी ने दी होगी दसो भी टूटी थानी समुद्र निकल सकता है? कर लो निकल सकता है। इस तरह गुरबाणी के अर्थ कभी नहीं निकल सकते। पर हाँ बोलो आप अपनी बुद्ध है जेती, अगो बोलो बरनत पिन पिन तो है। हाँ अज्ञान स्कूल के बच्चों ने नितनेम रटिया होना चाहिए। ਤੁਹਾਡੇ ਪਿੰਡ ਜਿਹੜੇ ਬੱਚੇ ਮੈਨੂੰ ਪਤਾ ਬੈਚ ਗਏ ਸੀ, ਮੈਂ ਤੇ ਤੁਹਾਡੇ ਬੱਚਿਆਂ ਨੂੰ ਵੇਖ ਵੇਖ ਕੇ ਵੱਡਾ ਹੋਣਾ। ਮਾਰੇ ਜੀ ਤੁਹਾਡੇ ਬੱਚੇ ਅੱਜ ਵੀ ਜਿਹੜੇ ਬਾਹਰਲੇ ਦੇਸ਼ਾਂ 'ਚ ਪਹੁੰਚੇ ਨੇ, ਕਈ ਜਿਹੜੇ ਕਈ ਸਕੂਲਾਂ ਦੇ ਪ੍ਰਿੰਸੀਪਲ ਬਣੇ ਨੇ। ਤੁਸੀਂ ਜੇ ਛੋਟਾ ਸਕੂਲ ਹੁੰਦਾ ਸੀ ਤੇ ਉਹ ਬੱਚੇ ਮੈਂ ਪਾਣੀ ਵਾਂਗੂ ਪਾਣੀ ਆਉਂਦੀ ਸੀ ਸਾਨੂੰ, ਸਾਰੇ ਪਾਠ ਨਾਲ ਜ਼ਰੂਰ ਹੁੰਦੇ ਸੀ ਬੇਟੇ ਇਹ ਤੁਹਾਨੂੰ ਜ਼ਿੰਦਗੀ ਦੇਣੀ ਹੈ। ਸੋ ਨੱਥੂ ਰਾਮ ਜੀ ਬਣ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਅੰਗਰੇਜ਼ੀ ਕਰ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਟੀਕਾ ਕੀਤਾ। ਇੰਨੇ ਗਰੀਬ ਸੀ ਕਿ ਪੁੱਛੋ ਕੁਝ ਨਾ। ਮੈਂ अपनी मासी मासी के टुंबा वेच के उन्होंने डील की पढ़ाई की। पर उन्होंने जो बेटा सी ना एशिया का सब बड़ा डॉक्टर बनया, डॉक्टर दलजीत सिंह जी आई सर्जन। और उन्होंने पोतरी अज भी हरशिंदर कौर के कितने लैक्चर आते हैं टीवी के बड़े बड़े फेसबुक के उत्ते कितना कट के बोलते हो। उन्होंने 2-3 हो देखो। अच्छा 9 साल की उम्र में कोई 9 साल का बच्चा बैठा नहीं। 9 साल हीरा लाल ने पाठ शुरू कर लिया। किने शुरू कर लिया? की शुरू कर लिया? केड़ा पाठ? हाँ सहज पाठ, स्पिरिचुअल एजुकेशन शुरू कर ली। ते 9 साल की हीरा लाल पता कौन बन गए? वो साडी कौम दे साडे देश दे नायाब हीरे बन गए जिन्होंने पंजाब एंड सिंध बैंक बनाई चलाई। इतनी जबरदस्त चलाई सर, इतनी जबरदस्त कि सरकार ने नेशनलाइज कर लिया उन्होंने। इतनी हिम्मत, इतना सिद्ध, इतना भरोसा पैदा कर दिता सहज पाठ ने कि 82 साल की उम्र नवी बैंक निर्माण कर दिता। मैम 60 साल लोग रिटायर हो घर बह जाते हैं। बैंक ऑफ पंजाब जी उन्होंने लैत संजीव बैंक बन गई। पर उन्होंने खास गल दस दवा जो तुम चेता रखोगे। मैं मेरे को कल लिखवानी थी खास गल दसा मैं दस दवा कि रहने दवा कि थक गए, टाइम ज्यादा हो गया। नहीं समाप्ति का टाइम छुट्टी कितने बजे देना? 2 बजे। हाँ पर टाइम ज्यादा भुख लगी, इन्होंने थके थके लगते हैं। थक नहीं गए? समाप्ति कर दी हम पढ़ने टाइम आ
ਆ ਪੜ੍ਹਾਈ ਨਹੀਂ ਨਾ ਹੈਗੀ, ਗੱਲਾਂ ਨੇ ਨਾ ਫਾਲਤੂ, ਇਹ ਫਾਲਤੂ ਗੱਲਾਂ ਨੇ। ਪਰ ਬੇਟੇ ਅੱਜ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਇਹਨੂੰ ਫਾਲਤੂ ਸਮਝ ਲਿਆ ਹੋਇਆ। ਇਸ ਐਜੂਕੇਸ਼ਨ ਨੂੰ ਕੀ ਸਮਝ ਲਿਆ ਹੋਇਆ? ਫਾਲਤੂ। ਤਾਂ ਹੀ ਡਾਊਨਫਾਲ ਆ ਗਿਆ, ਤਾਂ ਹੀ ਤੇ ਸਾਡੇ ਕੋਲ ਉਹ ਆਈਪੀਐਸ ਅਫਸਰ ਨਹੀਂ ਆ ਰਹੇ, ਪੀਸੀਐਸ ਨਹੀਂ ਆ ਰਹੇ, ਅੰਬੈਸਡਰ ਨਹੀਂ ਆ ਰਹੇ, ਜੱਜ ਨਹੀਂ ਆ ਰਹੇ, ਕਿਉਂਕਿ ਇਸ ਪੜ੍ਹਾਈ ਨੂੰ, ਸਪਿਰਚੁਅਲ ਐਜੂਕੇਸ਼ਨ ਨੂੰ ਫਾਲਤੂ ਸਮਝਿਆ। ਦਿਸ ਇਜ਼ ਦ ਟਰੂ ਐਜੂਕੇਸ਼ਨ। ਇਹ ਮੇਰੇ ਵਰਡ ਨਹੀਂ, ਪਤਾ ਕਿਹਨਾਂ ਦੇ ਵਰਡ ਨੇ, ਦੱਸਣ ਲੱਗਾ ਤੁਹਾਨੂੰ। ਜਿਹਨੇ 11 ਸਾਲ ਦੇ ਵਿੱਚ ਪਾਠ ਸ਼ੁਰੂ ਕੀਤਾ, ਇਹ ਉਹਦੇ ਦੱਸਦੇ। ਉਹ ਹੀਰਾ ਲਾਲ ਪਤਾ ਕੀ ਕਰਦੇ ਸੀ, ਜਿਹੜੇ ਉਹ ਬਣ ਗਏ ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਜੀ। ਜਦੋਂ ਉਹਨਾਂ ਕੋਲ ਸਰਕਾਰੀ ਨੌਕਰੀ ਲੈਣ ਵਾਸਤੇ ਹੁੰਦੇ ਸੀ ਨਾ, ਫਾਈਨਲ ਇੰਟਰਵਿਊ ਹੁੰਦੀ ਸੀ, ਉਹਦੀ ਫਾਈਲ ਚੁੱਕਦੇ ਸੀ, ਇੱਕ ਸਾਈਡ ਤੇ ਰੱਖ ਦਿੰਦੇ ਸੀ, ਦੇਖਦੇ ਨਹੀਂ ਸੀ, ਬਸ ਨਾਮ ਪੜ੍ਹਦੇ ਸੀ ਬਾਹਰੋਂ ਫਾਲਤੂ। ਜੇ ਕੋਈ ਹਿੰਦੂ ਹੁੰਦਾ ਸੀ, ਉਹਨੂੰ ਕਹਿੰਦੇ ਸੀ ਤੂੰ ਗੀਤਾ ਪੜ੍ਹਦਾ ਹੁਣ, ਤੈਨੂੰ ਗੀਤਾ ਦੇ ਸ਼ਲੋਕ ਆਉਂਦੇ ਨੇ? ਜੇ ਉਹ ਕਹਿੰਦਾ ਸੀ ਆਉਂਦੇ ਨੇ, ਕਹਿੰਦੇ ਸੁਣਾ ਦੇ ਇੱਕ ਅੱਧਾ ਗੀਤਾ ਦਾ ਸ਼ਲੋਕ ਸੁਣ ਕੇ ਸਰਕਾਰੀ ਨੌਕਰੀ ਦੇ ਦਿੰਦੇ ਹੁੰਦੇ ਸੀ। ਕੰਠ ਵਿੱਚ ਸੁਣਦੇ ਸੀ ਥੋੜਾ ਥੋੜਾ ਤੇ ਸਰਕਾਰੀ ਨੌਕਰੀ ਦੇ ਦਿੰਦੇ ਸੀ। ਜਿਹਨੂੰ ਨਹੀਂ ਕਰਨਾ ਕਹਿੰਦੇ ਸੌਰੀ ਮੈਂ ਨੌਕਰੀ ਨਹੀਂ। ਪਤਾ ਕਿਉਂ? ਕਿਉਂਕਿ ਉਹ ਮੰਨਦੇ ਨੇ ਵੀ ਜਿਹਦੇ ਕੋਲ ਅਧਿਆਤਮਿਕ ਵਿਦਿਆ ਹੈਗੀ ਹੈ, ਉਹ ਕਦੀ ਵੀ ਮੇਰੀ ਬੈਂਕ ਨਾਲ ਧੋਖਾ, ਗ੍ਰਾਹਕਾਂ ਨਾਲ ਧੋਖਾ, ਸਮਾਜ ਨਾਲ ਧੋਖਾ ਨਹੀਂ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ। ਸੋ ਬੱਚੇ, ਇਸ ਕਰਕੇ ਉਹ ਸਪਿਰਚੁਅਲ ਐਜੂਕੇਸ਼ਨ ਜਿਹਦੇ ਕੋਲ ਸੀ, ਉਹਨੂੰ ਗਵਰਨਮੈਂਟ ਜੌਬ ਹੀ ਦਿੰਦੀ ਸੀ। ਇੱਕ ਉਹਨੇ ਕਲਰਕ ਨੂੰ ਜੀਐਮ ਰਿਟਾਇਰ ਕਰਾਇਆ। ਸੋ ਸਮਾਂ ਪੂਰਾ ਬੱਚੇ। ਸੋ 11 ਸਾਲ ਦੇ ਵਿੱਚ ਜਸਵੰਤ ਸਿੰਘ ਨਾਮ ਦਾ ਮੁੰਡਾ ਸੀ। ਉਹਨੇ ਇੱਕ ਵਾਰੀ ਬੂਹਾ ਖੋਲਿਆ, ਤੇ ਜਦੋਂ ਬੂਹਾ ਖੋਲਿਆ ਬਾਹਰ ਇੱਕ ਗੁਰਸਿੱਖ ਆਏ ਸੀ, ਉਹਨੇ ਝੁਕ ਕੇ ਉਸੇ ਵੇਲੇ ਪੈਰੀ ਹੱਥ ਲਾਇਆ। ਉਹਨਾਂ ਨੇ ਆਸ਼ੀਰਵਾਦ ਦਿੱਤਾ, ਪੁੱਤ ਚੜ੍ਹਦੀ ਕਲਾ ਚ। ਠੀਕ ਹੈ ਪੁੱਤ? ਉਹਦਾ ਨਾਮ ਸੀ ਜਸਵੰਤ ਸਿੰਘ। ਕੀ ਨਾਮ ਸੀ? ਜਸਵੰਤ ਸਿੰਘ। ਤੇ ਅੱਛਾ, ਤੁਸੀਂ ਸੱਚ ਬੋਲੇ, ਝੂਠ ਨਹੀਂ। ਨਿਰੰਕਾਰ ਨੂੰ ਹਾਜ਼ਰ ਨਾਜ਼ਰ ਕਰਕੇ ਬॉयਜ਼ ਤੇ ਧੀਆਂ ਨੂੰ ਮਿਲਦਾ, ਕਿਉਂਕਿ ਪਰਮਾਤਮਾ ਕੀ ਹੈ? ਸੱਚ। ਉਹ ਬੱਚਾ ਹੱਥ ਖੜਾ ਕਰੇ ਜਿਹੜਾ ਦੋਵੇਂ ਟਾਈਮ, ਸਕੂਲੇ ਆਉਣ ਤੋਂ ਪਹਿਲਾਂ ਜਾਂ ਸਕੂਲੇ ਜਾਣ ਤੋਂ ਬਾਅਦ, ਜਾਂ ਸਵੇਰੇ ਉੱਠਣ ਲੱਗਿਆ ਜਾਂ ਰਾਤੀ ਸੌਣ ਲੱਗਿਆ, ਆਪਣੇ ਘਰ ਦੇ ਵੱਡਿਆਂ ਨੂੰ, ਦਾਦਾ ਦਾਦੀ ਨੂੰ, ਮਾਤਾ ਪਿਤਾ ਨੂੰ ਚੰਗੀ ਤਰ੍ਹਾਂ ਝੁਕ ਕੇ, ਗੋਡਿਆਂ ਤੱਕ ਨਹੀਂ, ਇਹਨਾਂ ਪੈਰਾਂ ਨੂੰ, ਇਹਨਾਂ ਹੱਥਾਂ ਨਾਲ ਉਹਨਾਂ ਦੇ ਪੈਰਾਂ ਨੂੰ ਟੱਚ ਕਰਨਾ। ਝੂਠ ਨਹੀਂ ਬੋਲਣਾ, ਸੱਚ ਬੋਲਣਾ ਜੀ। ਸੱਚ ਹੀ ਨਿਰੰਕਾਰ। ਇੱਕ ਵੀ ਨਹੀਂ। ਮੈਮ ਲੱਗੇ ਨੇ? ਮੈਮ ਆਇਆ ਇੱਕ ਮਿੰਟ। ਮੈਂ ਬॉयਜ਼ ਨੂੰ ਪੁੱਛ ਰਿਹਾ ਸੀ ਵੀ ਉਹ ਬੱਚਾ ਹੱਥ ਖੜਾ ਕਰੋ ਜਿਹੜਾ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੇ, ਜਿਹੜਾ ਰੋਜ਼ ਸਵੇਰੇ ਜਾਂ ਸ਼ਾਮੀ 2 ਟਾਈਮ ਆਪਣੇ ਵੱਡਿਆਂ ਦੇ, ਮਾਤਾ ਪਿਤਾ, ਦਾਦਾ ਦਾਦੀ ਦੇ ਝੁਕ ਕੇ ਇਹਨਾਂ ਹੱਥਾਂ ਨਾਲ ਪੈਰਾਂ ਨੂੰ ਟੱਚ ਕਰਨਾ। ਐਂ ਕਰਕੇ। ਪਰ ਇੱਕ ਵੀ ਬੱਚਾ ਨਹੀਂ। ਇਹਨਾਂ ਨੂੰ ਤੁਹਾਡੇ ਸਕੂਲ ਦੀ ਕੱਲੀ ਗੱਲ ਨਹੀਂ ਹੈ, ਇਮੋਸ਼ਨਸ ਜ਼ੀਰੋ ਹੋ ਰਹੀਆਂ ਨੇ। ਸਰ 2000 ਸਕੂਲਾਂ ਚੈੱਕ ਕੀਤਾ ਮੈਂ, ਇਹ ਬੜਾ ਜ਼ਰੂਰੀ ਪੁੱਤਰ। ਦੱਸੋ ਝੁਕਣਾ ਚਾਹੀਦਾ ਵੱਡਿਆਂ ਕਿ ਨਹੀਂ ਝੁਕਣਾ ਚਾਹੀਦਾ? ਜਿਹੜਾ ਮਾਂ ਪਿਓ ਅੱਗੇ ਨਹੀਂ ਝੁਕਦਾ, ਉਹਦੀ ਤਾਂ ਦੁਨੀਆ ਝੁਕੇਗੀ ਕਦੀ? ਇਹ ਫਾਰਮੈਲਿਟੀ ਨਹੀਂ ਹੈਗੀ। ਜੇ ਝੁਕੋਗੇ ਦਾਦਾ ਦਾਦੀ ਕੀ ਕਹਿਣਗੇ? ਪੁੱਤ ਜਵਾਨੀਆਂ ਮਾਣੇ, ਪੁੱਤ ਕਦੀ ਨਸ਼ਾ ਲੱਗ ਗਿਆ ਹੋਊਗਾ? ਨਹੀਂ। ਦੁਨੀਆ ਸਭ ਤੋਂ ਵੱਡੀ ਦੌਲਤ ਕੀ ਹੈ? ਵੱਡਿਆਂ ਦਾ ਆਸ਼ੀਰਵਾਦ। ਵੱਡਿਆਂ ਦਾ ਆਸ਼ੀਰਵਾਦ ਕਦੋਂ ਮਿਲਦਾ? ਜਦੋਂ ਅਸੀਂ ਉਹਨਾਂ ਅੱਗੇ ਝੁਕਦੇ ਹਾਂ। ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਾਤੀ ਖਾਓ। ਹੁਣ ਧੀਓ ਤੁਸੀਂ ਸੱਚ ਬੋਲਣਾ, ਝੂਠ ਨਹੀਂ। ਬॉयਜ਼ ਤੇ ਜੋ, ਪਰ ਇਹ ਗਲਤੀ ਹੈਗੀ ਕਿ ਨਹੀਂ? ਨਹੀਂ ਹੈਗੀ। ਲੱਗਦਾ ਕੌਣ ਮੰਨਦੇ ਨੇ ਗਲਤੀ ਹੈਗੀ? ਸ਼ਾਬਾਸ਼, ਚਲੇ ਜਾਓ। ਇਹ ਗਲਤੀ ਨੂੰ ਸੁਧਾਰ ਲਓਗੇ ਤੇ ਕੀ ਬਣੇਗੀ? ਤੇ ਮਿਲੇਗੀ ਕੀ? ਨਹੀਂ ਸੁਧਾਰੋਗੇ ਕੀ ਬਣੇਗਾ? ਤੇ ਮਿਲੇਗੀ ਕੀ? ਮੈਮ ਕਲੀਅਰ ਕੱਟ ਅੱਜ ਅਸੀਂ ਇਹੀ ਸਜ਼ਾ ਭੁਗਤਦੇ ਹਾਂ। ਐਵੇਂ ਨਹੀਂ ਬੁਰੇ ਹਾਲਾਤ ਸਾਰੇ। ਪਰ ਧੀਓ ਸੱਚ ਬੋਲਿਓ। ਚਲੋ ਪੈਰੀ ਹੱਥ ਕਹਿੰਦੇ ਨੇ ਧੀਆਂ ਸਾਡਾ ਜੀ ਪਰਾਇਆ ਤਾਂ ਇਦਾਂ ਸਾਡੇ ਧੀਆਂ ਦੇ ਪੈਰੀ ਹੱਥ ਨਾਲ ਭਾਜਦੇ ਤਾਂ ਬੜੀਆਂ ਗੱਲਾਂ ਨੇ, ਵਹਿਮ ਭਰਨੇ। ਪਰ ਆਪਾਂ ਪੈਸੇ ਗੱਲ ਕਰਦੇ ਹਾਂ ਵੀ ਚਲੋ ਮੈਂ ਹਾਲਾਤ ਅਨੁਸਾਰ 4 ਜਣੇ ਕਹਿ ਰਹੇ, ਮੰਮੀ ਪਾਪਾ ਦਾਦੀ ਦਾਦਾ ਸੀ, ਉਹਨਾਂ ਨੂੰ ਘੁੱਟ ਕੇ ਮਿਲ ਤੇ ਸਕਦੇ ਆਉਣ ਲੱਗੇ ਵੀ ਜਾ ਕੇ ਵੀ ਸਾਰੇ ਕੰਮ ਬਾਅਦ ਚੋਂ। ਦਾਦਾ ਦਾਦੀ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਆਈਸੀਐਸਈ ਪੜ੍ਹਦੀ ਹੈ, ਸੀਬੀਐਸਈ ਪੜ੍ਹਦੀ ਹੈ, ਪੰਜਾਬ ਸਕੂਲ ਸਿੱਖਿਆ ਪੜ੍ਹਦੀ ਹੈ। ਉਹਨੇ ਵੇਖਣਾ 2 ਘੜੀ ਮੇਰੇ ਕੋਲ ਬਹਿੰਦੇ ਬੱਚੇ, ਮੇਰੇ ਪੈਰੀ ਹੱਥ ਲਾਉਂਦੇ, ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੇ ਨੇ। ਦੁਨੀਆ ਸਭ ਤੋਂ ਵੱਡਾ ਖਜ਼ਾਨਾ ਕਰੋਨਾ ਨੇ ਸਭ ਤੋਂ ਵੱਡੀ ਦਾਤ ਹੀ ਆਹੀ ਦਿੱਤੀ ਤੇ ਦਾਦਾ ਦਾਦੀ ਦੇ ਲਾਗੇ ਕਰਤਾ ਬੱਚਿਆਂ ਨੂੰ। ਬਰਾਬਰ ਟਾਈਮ ਮਿਲ ਗਿਆ। ਚਲੋ ਸੱਚ ਬੋਲੋ ਧੀਓ, ਸਵੇਰੇ ਉੱਠ ਕੇ ਬਾਕੀ ਕੰਮ ਬਾਅਦ ਚ, ਪਹਿਲਾਂ ਦਾਦਾ ਦਾਦੀ ਜੀ ਨੂੰ ਘੁੱਟ ਕੇ ਮਿਲਣਾ ਜਾਂ ਸਕੂਲੇ ਆਉਣ ਲੱਗਿਆ ਤੇ 2 ਟਾਈਮ। ਝੂਠ ਨਹੀਂ ਬੋਲਣਾ, ਸੱਚ ਬੋਲਣਾ। ਕਿਹੜੇ ਧੀਆਂ ਕਰਦੀਆਂ? ਸ਼ਬਦ ਚਲੇਗਾ। ਮੈਂ ਬਸ ਇੰਨਾ ਕਿ ਪੰਜਾਬ ਬਚਿਆ, ਇੰਨਾ ਕਿ ਸਾਡਾ ਦੇਸ਼ ਬਚਿਆ। ਦੇਖੋ ਕਰੋੜਾਂ ਵਿੱਚੋਂ ਇੱਕ, ਬਿਲੀਅਨਸ ਵਿੱਚੋਂ ਇੱਕ, ਇਹ ਸਾਰੇ ਗੁਰਦਾਸਪੁਰ ਵਿੱਚੋਂ ਇੱਕ। ਸਾਡੇ ਲਈ ਤੇ ਇੱਕ ਹੀ ਹੈ ਨਾ। ਪਰ ਕੀ ਸਾਡਾ ਫਰਜ਼ ਨਹੀਂ ਬਣਦਾ ਵੱਡਿਆਂ ਅੱਗੇ ਝੁਕਣਾ?
ਨਹੀਂ ਬਣਦਾ ਨਾ, ਹੁਣ ਮਿਲਣਾ ਨਹੀਂ ਨਾ ਬਣਦਾ। देखो मां प्यो जो तुम मिलोगे ठंड पै जाएगी। मेरी हाथ जोड़ के बेनती है, केड़े केड़े बच्चे अज एक कार्य करनगे जिन्हां अंदर इमोशंस पैदा हो, सीधे हाथ खड़े हो, ते मेरे कहते करोगे कि अपने आप आज ही करोगे कि रोज ही, सवेरे के शामी, पक्का वादा, हवाई नहीं पक्का वादा, वोटा वाला फिर नहीं पूरा होगा, चले करो। एक कहना वादा किया मेरे नाल किया, मेरी भैन नाल किया कि अपने आप नाल किया? यस, शाबाश बच्चे। जेड़ा बच्चा अपने आप नाल वादा कर लेंदा ना वो जरूर पूरा होंदा। ते मेरी अरदास है सच्चे पातशाह अगे कि मेरे बच्चे अगां तो ये गलती ना बड़िया बड़िया ब्लंडर मिस्टेक। अच्छा जसवंत सिंह ने झुक के पैरी हथ लाए जेड़ा कोई आया, क्योंकि गुरबाणी की कहती जो जिससे गुर सिख खड़ा तस्लीम लागो मत्था गुरु ग्रंथ साहिब अगे टिकड़ा, इस तो इलावा और किते नहीं। पर झुक के पैरी हथ लाने नहीं जी, घर दे लोग होंगे तो किसी होर दे लावांगे ना जी। तुसीं ने अपने मां प्यो दादा दादा का सत्कार करोगे, दूजे कदी झुकणगे। तुसीं हुण मान लो तुहाडा तुसीं घर अपने दोस्त नूं लै गए, जे तुसीं झुकोगे ते वो भी झुकेगा, नहीं तो तुसीं दादू जी तो उन्होंने कहा यार इन्हें की करना, बड़ी इज्जत करनी। सो बच्चे तुम सर्टिफिकेट नाल लेके घूमोगे सारी जिंदगी पे, मैं इन्ने परसेंट मेरे मार्क्स, आवा मार्क्स, आवा जिंदगी, दिस इज लाइफ, आवा लाइफ। मेरा पता नहीं कितनी बारी एक्सीडेंट होया, पर मेरा आशीर्वाद मेरे मां प्यो दे नाल। मैं सवेरे हुण भी मैं पैरी हथ ला के आया ना, मैं मत्था लेके आया जदों ते मेरे कहते पुत्तर कित्थे चले आ, मेरे माता पिता दोवें कहते, मैं कहा जी मैं ना अज इधर चलिया तिबड़ी अकाल अकैडमी। कहते शाबाश, कहते उधरले पासे हाँ, फिर कहते गुड़ बड़ा वधिया मिलदा हुंदा उधर, तुहाडे इधर बड़े मशहूर है। चलो बाकी गल्लां बाद च समाप्ति कर थक गए, मैं 2 मिनट लाने बस जल्दी। जसवंत सिंह ने मत्था टेकिया, कहते तेरे पिताजी कितने ने बेटा? कह लगे मेरे पिताजी ना बाहर गए थोड़ी देर तक आ जाओ, तुम बैठो। उन्हें चाय छिकाया, कहते मेरे पुत्र बैठ जा, मिला के लागे बह के गल करी। कहते पुत्र तेरा नाम की है? कहते मेरा नाम जसवंत सिंह है। ते की नाम सी जसवंत सिंह की? उम्र कितनी सी? 11 साल। उन्हें कहते पुत्र तू की बनना चाहना? कहते मैं एक डॉक्टर बनना चाहना, एक चंगा डॉक्टर बनना चाहना। कहते तू सहज पाठ करता होना? कहना नहीं मेरी मम्मा कहते मैं तू छोटा है। कहते मां वाले बच्चे सारे छोटे होते, चिट्टी दाढ़ी वाला भी छोटा होना, तू हुण वड्डा हो गया। ਜਦੋਂ कोई बच्चा पंजाबी पढ़नी लिखनी जान जाता है तो साढ़े कोड ऑफ कंडक्ट रूल एंड लैंग्वेज हुक्म है हर एक सिख सिखनी बच्चे बच्ची को भी जाना आपको अपना सहज पाठ करना चाहिए, जितना समा ਉਹਦੇ ਚ ਭੋਗ ਪਾਵੇ ਤੇ ਨਿਰੰਤਰ ਜਾਰੀ ਰੱਖੇ ਜ਼ਿੰਦਗੀ, क्योंकि ਉਹਨੂੰ ਇਹ गुरु ਕੋਲੋਂ पढ़ना। कि तुसी कबीर जी को नहीं पढ़ना चाहते, गुरु नानक देव जी को पढ़ना नहीं चाहते? गुरु नानक देव जी माड़ा पढ़ाओगे, चंगा पढ़ाओगे ना, फिर उन्होंने को पढ़ना, सहज पढ़ के गुरु को पढ़ना। कबीर जी, फरीद जी, रामनाथ जी, सूरदास जी, गुरु अर्जन देव जी पढ़ाते, कभी कभी गुरु रामदास पढ़ाना चाहते हैं, कभी गुरु अमरदास पातशाह पढ़ाते हैं। तुम पढ़ना चाहते हो सारे जने? देखो मैं तो पढ़िया तुम्हारे सामने खड़ा। एक दिन ऐसा सी बच्चे जब मैं 15 साल की उम्र तक नवा कपड़ा नहीं पा के देखा, इन्नी गरीबी सी, मैं पढ़ लिख नहीं सकिया, पढ़ाई 10th क्लास चो हटना गया। पर मेरी इच्छा सी मैं PhD करा और मैं डॉक्टर बना, डॉक्टरेट करके PhD करके डॉक्टरेट करके, क्योंकि डॉक्टर लग ना फिर मैं प्रोफेसर बना। मेरे अध्यापक कहते पुत्र तू प्रोफेसर जरूर बनेगा। पर मैं जो हट गया स्कूलों गांव से रह गया, मेरी इच्छा पीछे रह गई। पर होया कि मैं साइकिल से जा रहा, मैं पैदल जा रहा सी, लंगर खाने वास्ते रोटी भी नहीं सी घरे। एक साइकिल वाले ने आवाज मारी, कहते काका पूरा आई। मैं क्या दसो अंकल जी, मैं जी लाया तो बड़ा खुश होया। कहता पुत्र तू सारे जी लाना? मैं क्या जी मेरे मैम ने सिखाया, मेरे मम्मा पापा ने सिखाया भी सारे जी लाना। मेरे मैडम जो भी क्लास में आते सी ना वो बाकी पढ़ाई के नाल एक गल दुनिया की नवी करते होंगे सी, रोज में कोई नवी नवी गल सुनानी, दुनिया की गुरु की गल सुनानी। गुरु की गल्लां सारियां अध्यात्मक भी ने ते दुनियावी भी ने, ते सुनानी ते खीर ते कहना बच्चों सारे जी क्या करो। एक दिन मैं मैम ने पूछ लिया, मैम मम्मी पापा नु जी कहना, दादा दादी जी ने कहना, प्रिंसिपल साहब ने जी कहना, मैम ने जी कहना, पर जिन्होंने मैं नहीं जानता उन्होंने जी को कहना? कहते उन्होंने जी जरूर कहना, उन्होंने जी जरूर कहना। मैं कहा पर क्यों? कहते गुरु नानक देव जी कहते हैं जेकर तू किसी ऐसे इंसान नु जी कह दिता जिन्होंने परमात्मा प्यार करता है, परमात्मा नु सारे प्यार करते हैं ना, पर परमात्मा भी कईयां नु प्यार करता है। जो हर का प्यारा सो सबना का प्यारा। ते कहते तू उन्होंने जी कह दिता फिर तेरा जन्म आंदा खेड़, जो जेको जियो कहे उन्हां को तेरे जम की तलब ना हुई। कहते शाबाश बच्चे तू बड़ा प्यारा बच्चा। कहते तू कितने चला? मैं मैं अंकल जी लंगर खान चल। कहते बैठे मेरी साइकिल मैं उधर ही जा रहा हूं। साइकिल तो जो उतार रहा ना, कहते पुत्र सहज पढ़ करता हूं ना? मैं मैं अंकल जी कभी भी गिर। मैं वो की होंगे? कहते कोई पाठ करता ना? मैं जपजी साहिब का पाठ कभी करता हूं ना।
मेरी दीदी कराते ने मैनू, कहते पुत्र सहज पाठ कर तेरी जिंदगी बदल जाएगी। तो मैं क्या अंकल जी कितने करना, कहते सहज पाठ होंगे की, कहते गुरु ग्रंथ साहिब के पाठ को हौली हौली करना, जो दिल करे तो करना, जो टाइम लगे उदो करना, सवेरे शामी दिन दोपहर राती जो मर्जी करो। मैं क्या अंकल जी असली किराए के मकान से रहने और मैं 2 काम करता सवेरे भी शामी भी, इस करके मैं रोज गुरुद्वारे नहीं आते। कहते घरे बैठ के कर ला। मैं कहा जी कितों, कहते पोथियां तो कर ला। मैं क्या अंकल जी साढ़े घर पोथियां नहीं है, कहते बाजारों लाया। मैं कहा जी किन्ने दी आउणियां, कहते 280 रुपए दियां। किन्ने दियां? मैं उस 280 रुपए का नाम सुन के ना मैं बेचारा मैं मजबूस हो गया कि 1 रुपए तो मैं पुੱਜਾ ਹੋਇਆ ਸੀ, ਢਿੱਡ ਭਰਦਾ ਸੀ 1 रुपए ਨਾਲ ਉਦੋਂ 1989 ਤੇ ਮੈਂ 280 ਰੁਪਏ ਜ਼ਿੰਦਗੀ 'ਚ ਕਦੀ ਨਹੀਂ ਸੋਚ ਸਕਦਾ ਸੀ ਇਕੱਠੇ ਹੋਣਗੇ। ਤੇ ਮੈਂ ਜਦੋਂ ਥੱਲੇ ਮੈਂ ਮਜਬੂਸ ਹੋ ਗਿਆ, ਕਹਿੰਦੇ ਉੱਤਰ ਘਬਰਾ ਨਾ। ਮੈਂ ਕਿਹਾ ਜੀ ਮੇਰੇ ਕੋਲ ਨਹੀਂ ਕਦੀ ਖਰੀਦੀ ਜਾਣੀ। ਕਹਿੰਦੇ ਗੁਰੂ ਸਾਹਿਬ ਨੂੰ ਅਰਦਾਸ ਕਰ, ਪੋਥੀ ਤੇਰੇ ਕੋਲ ਚੱਲ ਕੇ ਆਏਗੀ, ਪੋਥੀ ਤੇਰੇ ਕੋਲ। ਤੇ ਮੈਨੂੰ ਕੀ ਪਤਾ ਸੀ, ਮੈਂ ਲੰਗਰ ਖਾਧਾ ਅਰਦਾਸ ਕਰਕੇ ਚਲਾ ਗਿਆ। ਮੈਂ ਭੁੱਲ ਗਿਆ, ਪਰ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਕਦੀ ਵੀ ਭੁੱਲਦੇ ਨਹੀਂ ਆ, ਛੇਤੀ ਰੱਖਦੇ ਨੇ। ਸਮਾਂ ਹੁਣ ਤੇ ਟਾਈਮ ਲੱਗਦਾ। ਹੁਣ ਤੁਹਾਡੇ ਲਾਗੇ ਕੋਈ ਬੱਚਾ ਛੋਟਾ ਰਹਿੰਦਾ ਹੋਵੇ, ਉਹ ਅੱਗ ਵਿੱਚ ਹੱਥ ਪਾਉਣਾ ਚਾਹੇ ਤੇ ਤੁਸੀਂ ਪਾਉਣ ਦਿਓਗੇ ਉਹਨੂੰ? ਟਾਈਮ ਲੱਗਦਾ ਨਾ ਹਰ ਚੀਜ਼ ਨੂੰ। ਇਸੇ ਤਰ੍ਹਾਂ ਅਰਦਾਸ ਵੀ ਮੈਂ ਫਿਰ ਮੁਕਰਾ ਕਿਸੇ ਵੇਲੇ ਅਰਦਾਸ ਤੇ ਗੱਲ ਕਰਾਂਗਾ। ਹੋਇਆ ਕਿ ਮੈਂ ਚਲਾ ਗਿਆ ਤੇ ਹਲੇ ਹਫਤਾ ਨਹੀਂ ਬੀਤਿਆ ਤੇ ਮੈਂ ਵਾਲੀਬਾਲ ਸੋਮਵਾਰ ਛੁੱਟੀ ਨੇ ਫੈਕਟਰੀ 'ਚ ਮੈਂ ਵਾਲੀਬਾਲ ਖੇਡਦਾ ਸੀ ਤੇ ਇੱਕ ਬਜ਼ੁਰਗ ਆਏ, ਕਹਿੰਦੇ ਕਾਕਾ ਤੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਨਾ? ਮੈਂ ਕਿਹਾ ਅੰਕਲ ਜੀ ਤੁਹਾਨੂੰ ਕਿੱਦਾਂ ਪਤਾ? ਕਹਿੰਦਾ ਮੇਰੀ ਉਹ ਸਾਹਮਣੇ ਕੋਠੀ ਬੜੀ ਵੱਡੀ ਕੋਠੀ ਸੀ, ਮੈਂ ਵੇਖਦਾ ਦੱਸਿਆ ਬੜੀ ਵੱਡੀ ਕੋਠੀ। ਮੈਂ ਸੋਚਦਾ ਸੀ ਇੰਨੀ ਵੱਡੀ ਕੋਠੀ ਵਿੱਚ ਕੀ ਕਰਦੇ ਹੋਣਗੇ? ਸਾਡੇ ਤੇ ਆਪਣੇ ਕਿਰਾਏ ਤੇ ਬਣਾਉਂਦੇ ਨੇ, ਤੁਸੀਂ ਬੈਠੇ ਹੋ ਕੋਠੇ ਤੇ ਬੈਠ ਕੇ ਕਿਤਾਬਾਂ ਪੜ੍ਹਦੇ ਹੁੰਦੇ ਹੋ ਨਾ। ਮੈਂ ਕਿਹਾ ਅੰਕਲ ਜੀ ਮੈਨੂੰ ਪਤੰਗਾਂ ਉਡਾਉਣ ਦਾ ਬੜਾ ਸ਼ੌਂਕ ਹੈ ਤੇ ਮੈਨੂੰ ਗੁੱਡੀਆਂ ਉਡਾਉਣ ਦਾ ਵੀ ਸ਼ੌਂਕ ਹੈ ਤੇ ਮੈਨੂੰ ਲੱਗ ਪੜਦਾ। ਕਹਿੰਦੇ ਹਾਂ। ਕਹਿੰਦੇ ਬੇਟੇ ਮੈਂ ਬਾਹਰ ਚੱਲਿਆ ਵਾਂ ਤੇ ਮੇਰੇ ਕੋਲ ਕਿਤਾਬਾਂ ਬਹੁਤ ਨੇ, ਮੈਂ ਦੇ ਦਿੰਦੀ ਕਿਸੇ ਲਾਇਬ੍ਰੇਰੀ ਨੂੰ, ਜੇ ਤੂੰ ਲੈਣੀ ਤੇ ਲੈ ਲੈ। ਮੈਂ ਉਹਨਾਂ ਦੇ ਘਰ ਗਿਆ, ਚਾਈ ਇੱਕ ਪਾਸੇ ਬੈੱਡ ਦੇ ਪਿਛਲੇ ਪਾਸੇ ਅਲਮਾਰੀ ਬਣੀਆਂ ਸੀ, ਇੱਕ ਪਾਸੇ ਕਿਤਾਬਾਂ ਪਈਆਂ ਸੀ ਤੇ ਦੂਜੇ ਪਾਸੇ ਕੁਝ ਪਿਆ ਸੀ। ਮੈਂ ਬਾਰ-ਬਾਰ ਮੇਰਾ ਧਿਆਨ ਉਧਰ ਜਾਵੇ। ਮੈਂ ਕਿਹਾ ਅੰਕਲ ਜੀ ਆਹ ਕੀ ਪਿਆ ਹੋਇਆ? ਕਹਿੰਦੇ ਪੁੱਤਰ, ਉਹਨਾਂ ਨੇ ਵੇਟ ਕਰਕੇ ਅਸੀਂ ਬੜੇ ਸਤਿਕਾਰ ਨਾਲ, ਕਹਿੰਦੇ ਪੁੱਤਰ ਜੀ ਤੈਨੂੰ ਇਹ ਚਾਹੀਦੀਆਂ ਪੋਥੀਆਂ ਤੇ ਲੈ ਲੈ। ਕੀ ਕਿਹਾ ਉਹਨਾਂ ਨੇ? ਪੋਥੀਆਂ ਚਾਹੀਦੀਆਂ ਤੇ ਇਹ ਤੋਂ ਮੈਂ ਸਹਿਜ ਪਾਠ ਕਰਦਾ ਹੁੰਦਾ। ਕਿੰਨੀ ਵਾਰੀ ਪੋਥੀਆਂ ਸੀ ਉਹਨਾਂ ਨੇ ਮੈਨੂੰ ਪੋਥੀਆਂ ਦਿੱਤਾ। ਵਾਕਈ ਪੋਥੀਆਂ ਮੇਰੇ ਕੋਲ ਚੱਲ ਕੇ ਆਈਆਂ ਕਿ ਨਹੀਂ ਆਈਆਂ? ਆਪ ਆਈਆਂ ਨਾ ਚੱਲ ਕੇ। ਹਾਂ ਤੇ ਫਿਰ ਮੈਂ ਸਹਿਜ ਪਾਠ ਸ਼ੁਰੂ ਕਰ ਲਿਆ। ਫਿਰ ਮੈਂ 18 ਸਾਲ ਦੀ ਉਮਰ ਵਿੱਚ ਇਹਨਾਂ ਹੱਥਾਂ ਨਾਲ 2.5-3 ਲੱਖ ਰੁਪਏ ਮਹੀਨਾ ਕਮਾਉਣਾ ਸ਼ੁਰੂ ਕਰ ਦਿੱਤਾ। ਸਹਿਜ ਪਾਠ ਜ਼ਿੰਦਗੀ ਕਿੱਦਾਂ ਬਦਲਦੀ ਹੈ। ਫਿਰ ਕਾਰਾਂ ਕੋਠੀਆਂ ਬਾਹਰ ਮਾਰਕੀਟਾਂ ਪਤਾ ਨਹੀਂ ਕਿੱਥੋਂ ਵਾਹਿਗੁਰੂ ਦੇ ਦਿੱਤੀਆਂ, ਮੈਨੂੰ ਪਤਾ ਨਹੀਂ, ਵਾਹਿਗੁਰੂ ਜਾਣਦਾ। ਫਿਰ ਮੇਰੀ ਇੱਛਾ ਕੀ ਸੀ? ਪ੍ਰੋਫੈਸਰ ਬਣਨ ਦੀ। ਕੀ ਸੀ ਇੱਛਾ? ਔਰ PhD ਕਰਨ ਦੀ। ਔਰ ਵਾਹਿਗੁਰੂ ਨੇ ਮੇਰੀ ਉਹ ਵੀ ਪੂਰੀ ਕਰ ਦਿੱਤੀ। ਦੇਖੋ ਮੈਂ ਦੱਸਾਂ ਸਕੂਲਾਂ ਕਾਲਜਾਂ ਯੂਨੀਵਰਸਿਟੀ ਆਫ ਮੈਨਚੈਸਟਰ ਵਿੱਚ ਲੈਕਚਰ, ਇੰਗਲੈਂਡ ਦੀ 200 ਸਾਲ ਪੁਰਾਣੀ 250 ਸਾਲ ਪੁਰਾਣੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਮੈਨਚੈਸਟਰ। ਉੱਥੇ ਲੈਕਚਰ ਕੀਤਾ, ਫਰਾਂਸ ਵਿੱਚ ਕੀਤਾ, ਬੈਲਜੀਅਮ ਵਿੱਚ ਕੀਤਾ। ਆਪੇ ਲੋਕੀ ਯੂਨੀਵਰਸਿਟੀ ਨੇ ਟਿਕਟ ਭੇਜ ਦਿੰਦੇ ਨੇ, ਜਾ ਕੇ ਮੇਰੇ ਨਾਲ ਇੰਟਰਪ੍ਰੀਟਰ ਵੀ ਦਿੰਦੇ ਨੇ, ਗੱਡੀਆਂ ਵੀ ਹੁੰਦੀਆਂ ਉੱਥੇ। ਮੈਂ ਕੀਤਾ ਨਾ ਪ੍ਰੋਫੈਸਰ ਵੀ ਬਣਾ ਦਿੱਤਾ। ਸੋ ਬੱਚੇ ਮੇਰੀ ਬੇਨਤੀ ਤੁਹਾਡੇ ਅੱਗੇ ਹੱਥ ਜੋੜ ਕੇ, ਸੋ ਤੁਸੀਂ ਵੀ ਸਹਿਜ ਪਾਠ ਕਰਿਓ। ਜਸਵੰਤ ਸਿੰਘ ਜੀ ਬਣਨਾ ਚਾਹੁੰਦੇ ਸੀ ਡਾਕਟਰ, ਸਹਿਜ ਪਾਠ ਉਹਨਾਂ ਦੇ ਕਹਿੰਦੇ ਸ਼ੁਰੂ ਕਰ ਲਿਆ। ਪਤਾ ਮੈਂ ਕੌਣ ਬਣ ਗਏ ਹੋ? ਡਾਕਟਰ ਜਸਵੰਤ ਸਿੰਘ ਜੀ ਨੇਕੀ। ਪੰਜਾਬ ਦੇ ਸਾਰੇ ਡਾਕਟਰਾਂ ਤੋਂ ਉੱਪਰ ਡਾਕਟਰ PhD ਦੇ ਡਾਕਟਰ ਬਣ ਗਏ। ਬੱਚੇ ਮੈਂ ਸਮਾਪਤੀ ਹੋਏ ਕਰਦਾ ਲੇਟੈਸਟ ਤੁਹਾਨੂੰ ਗੱਲ ਦੱਸਦਾ ਹਾਂ। ਜਿਹੜੀ ਬੱਚੀ ਨੇ 50 ਲੱਖ ਦੀ ਸਕੋਲਰਸ਼ਿਪ ਲਈ, ਉਹਦਾ ਨਾਮ ਹੈ ਜਲਨੀਤ ਕੌਰ। ਦੇਖ ਲਓ ਸਾਰੇ, ਜਲਦੀ ਵੀ ਦੇਖ ਲਓ ਸਮਾਪਤੀ ਦੀ। ਜਲਨੀਤ ਕੌਰ, ਇਹਨਾਂ ਦੇ ਨਾਮ ਲਿਖ ਰਹੇ ਨਾ ਤੁਸੀਂ। ਤੀਸਰੀ ਕਲਾਸ ਕਿਹਨੇ ਪਾਠ ਸ਼ੁਰੂ ਕੀਤਾ ਸੀ? ਨੱਥੂ ਰਾਮ ਜੀ ਨੇ। ਔਰ ਬਣ ਕੌਣ ਗਏ? ਪ੍ਰੋਫੈਸਰ ਸਾਹਿਬ ਸਿੰਘ ਜੀ। 9 ਸਾਲ ਦੀ ਉਮਰ ਵਿੱਚ ਪਾਠ ਕਿਹਨੇ ਸ਼ੁਰੂ ਕੀਤਾ ਸੀ? ਹੀਰਾ ਲਾਲ ਨੇ। ਬਣ ਕੌਣ ਗਏ? ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਜੀ। ਠੀਕ ਹੈ, ਛੋਟੇ ਦਾ ਨਾਮ ਕੀ ਸੀ? ਹੀਰਾ ਲਾਲ। ਵੱਡੇ ਕੀ ਬਣ ਗਏ? ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਜੀ, ਜਿਹਨੇ ਕੀ ਬਣਾਈ? ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਐਂਡ ਸਿੰਧ ਬੈਂਕ। 11 ਸਾਲ ਦੀ ਉਮਰ ਵਿੱਚ ਕਿਹਨੇ ਪਾਠ ਸ਼ੁਰੂ ਕੀਤਾ ਸੀ? ਉਹ ਕੌਣ ਬਣ ਗਏ? ਡਾਕਟਰ ਜਸਵੰਤ ਸਿੰਘ ਜੀ ਨੇਕੀ। ਡਾਕਟਰ ਜਸਵੰਤ ਸਿੰਘ ਜੀ। ਮੈਮ 13 ਸਾਲ ਦੀ ਉਮਰ ਵਿੱਚ ਪਾਠ ਸ਼ੁਰੂ ਕੀਤਾ ਸੀ ਰਾਮ ਜੀ ਦਾਸ ਨੇ। ਤੇ ਰਾਮ ਜੀ ਦਾਸ ਭਲਾ ਕੌਣ ਬਣ ਗਏ? ਭਗਤ ਪੂਰਨ ਸਿੰਘ ਜੀ। ਦੇਖੋ ਕਿੰਨੀ ਇਮੋਸ਼ਨ ਉਹਨਾਂ ਵਿੱਚ। ਸਹਿਜ ਪਾਠ ਨਾਲ ਜਦੋਂ ਮੈਨੂੰ ਦੱਸੋ, ਜਦੋਂ ਕਿਸੇ ਨੂੰ ਚੁੱਕਦੇ ਸੀ, ਸਾਡੇ ਵਰਗੇ ਸੁੱਟ ਜਾਂਦੇ ਸੀ, ਗਰਮੀ ਸਰਦੀ ਨਾਲ ਮਰ ਜਾਵੇ ਕੋਈ ਜਣਾ। ਸਾਡੇ ਘਰ 'ਚ ਕੋਈ ਰੂਲਾ ਲੱਗਣਾ ਦਿਮਾਗ ਤੋਂ ਪੈਦਾ ਹੋ ਗਿਆ ਨਾ, ਅੱਜ ਕੱਲ੍ਹ ਨਿੰਮ ਗਏ ਲੋਕੀ ਸੋਚਦੇ ਯਾਰ ਕੀ ਕਿੱਥੇ ਕਰਾਂਗੇ ਦਾ ਸਾਮਾ ਵੀ ਹੈ ਨਾ, ਕਿੰਨਾ ਖਰਚਾ ਹੈ ਆਪਣੇ ਬਲੇ ਦਾ। ਤੇ ਭਗਤ ਪੂਰਨ ਸਿੰਘ ਜੀ ਨੂੰ ਚੁੱਕਦੇ, ਜੇ ਚੁੱਕਦੇ ਸੀ ਕਿਸੇ ਨੂੰ ਸੁੱਟਦੇ ਉੱਤੋਂ, ਉਹਦੀ ਜਾਤ ਪਾਤ ਦੇਖਦੇ ਸੀ? ਆਵਾਜ਼ ਵੀ ਆਈ? ਕੀ ਉਹਦਾ ਧਰਮ ਦੇਖਦੇ ਸੀ? ਉਹ ਦੇਖਦੇ ਸੀ ਵੀ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ ਕਿ ਈਸਾਈ ਹੈ? ਹਾਂ, ਵਾਹ। ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸਹਿਜ ਪਾਠ ਦੇ ਕਰਕੇ ਰਾਮ ਜੀ ਦਾਸ ਬਣ ਗਏ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਬਾਨੀ, ਨੂੰ ਰਾਸ਼ਟਰਪਤੀ ਅਵਾਰਡ ਮਿਲਿਆ। ਸੋ ਕਿਉਂ ਕਹਿੰਦਾ ਮੈਮ ਅਖੀਰ ਦੀ ਬਾਕੀ ਅੱਜ ਵੀ ਸਹਿਜ ਪਾਠ ਚੱਲਦਾ, ਕਦੀ ਇਹਨੂੰ ਪਿੰਗਲਵਾੜੇ ਲੈ ਕੇ ਜਾਇਓ।
ਸੋ ਮੇਰੀ ਬੇਨਤੀ ਹੈ, 3rd ਕਲਾਸ ਵਿੱਚ ਜਲਮੀਤ ਕੌਰ ਨੇ ਪਾਠ ਸ਼ੁਰੂ ਕੀਤਾ। ਉਹਦੇ ਮਾਤਾ ਜੀ ਅਧਿਆਪਕ ਸਨ, ਸਕੂਲੋਂ ਪੋਥੀ ਮਿਲੀ ਤੇ ਉਹਨਾਂ ਨੇ ਪਾਠ ਸ਼ੁਰੂ ਕਰ ਲਿਆ। ਬੱਚੀ ਖੜੇ ਪੈ ਗਈ। ਮੈਮ ਜੇ ਕਿਸੇ ਬੱਚੇ ਦੇ ਮਾਪਿਓ ਨੇ ਮੋਬਾਈਲ ਫੜਿਆ ਹੋਊਗਾ ਤੇ ਬੱਚੇ ਕੀ ਖੋਣਗੇ? ਛੋਟੇ ਬੱਚੇ ਕੀ ਖੋਣਗੇ? ਕੀ ਖੋਣਗੇ? ਜੇ ਕਿਸੇ ਨੇ ਰਿਮੋਟ ਫੜਿਆ ਹੋਊਗਾ ਤੇ ਕੀ ਖੋਣਗੇ? ਤੇ ਜੇ ਕਿਸੇ ਨੇ ਗੁਟਕਾ ਫੜਿਆ ਹੋਊਗਾ, ਪੋਥੀ ਫੜੀ ਹੋਊਗੀ, ਕੀ ਖੋਣਗੇ? ਪੋਥੀ ਤੇ ਗੁਟਕਾ। ਸਾਹਿਬ ਜੀ ਨੇ ਕਹਿੰਦੇ ਠੀਕ ਹੈ। ਸੋ ਕਹਿਣ ਲੱਗੀ ਮੈਂ ਵੀ ਪਾਠ ਕਰਨਾ ਹੈ। ਤੇ ਫਿਰ ਉਹਨਾਂ ਨੇ ਫੋਨ ਕਰਕੇ ਪੁੱਛਿਆ ਵੀ ਕਿੱਦਾਂ ਕਰਨਾ। ਮੈਂ ਫਿਰ ਉਹਨਾਂ ਨੇ ਸਿਖਾ ਦਿੱਤਾ ਵੀ ਕਿੱਦਾਂ ਕਰਨਾ। ਉਹਨੇ ਪਾਠ ਸ਼ੁਰੂ ਕਰ ਦਿੱਤਾ। 5ਵੀਂ ਚ ਜਾ ਕੇ ਮੇਰਾ ਭੋਗ ਪਾਇਆ, ਫਿਰ ਨਵਾਂ ਸ਼ੁਰੂ ਕਰ ਲਿਆ। ਫਿਰ ਮੈਂ 9ਵੀਂ ਕਲਾਸ ਵਿੱਚ 9th ਕਲਾਸ ਵਿੱਚ ਉਸ ਬੱਚੀ ਨੇ 5,40,000 ਦੀ ਸਕੋਲਰਸ਼ਿਪ ਦਿੱਤੀ ਅਮਰੀਕਾ ਤੋਂ, ਹਵਾਈ ਯੂਨੀਵਰਸਿਟੀ। ਛੋਟੀ ਸੀ 9th ਕਲਾਸ ਚ। ਪਾਪਾ ਨਾਲ ਗਏ, ਸਾਰਾ ਖਰਚਾ ਉਹਨੇ ਕੀਤਾ। ਜਿੱਥੇ ਬਹੁਤ ਸਾਰੇ ਗਿਫਟ ਮਿਲੇ, ਟਰੋਫੀਆਂ ਮਿਲੀਆਂ, ਉੱਥੇ ਨੂੰ ਚੈੱਕ ਮਿਲਿਆ ਡਾਲਰ ਦਾ। ਜਦੋਂ ਆਪਣੇ ਅਕਾਊਂਟ 'ਚ ਜਮ੍ਹਾਂ ਕਰਾਇਆ ਤੇ ਕਿੰਨੇ ਪੈਸੇ ਬਣ ਗਏ? 5 ਲੱਖ। ਔਰ ਉਦੋਂ ਕਿੰਨਾ, ਅੱਜ ਤੋਂ 3 ਸਾਲ 8 9 10 ਸਾਲ ਪਹਿਲਾਂ ਦੀ ਗੱਲ ਹੈ। ਫਿਰ ਉਹਨੇ 50 ਲੱਖ ਦੀ ਸਕੋਲਰਸ਼ਿਪ ਲਈ। ਕਿੰਨੇ ਲੱਖ ਦੀ? 50 ਲੱਖ ਦੀ ਸਕੋਲਰਸ਼ਿਪ। ਥੋੜੀ ਹੈ ਕਿ ਜ਼ਿਆਦਾ? ਜ਼ਿਆਦਾ। 50 ਲੱਖ। ਆਕਸਫੋਰਡ ਯੂਨੀਵਰਸਿਟੀ ਪੜ੍ਹ ਕੇ, ਜਿਹਦੇ ਲੋਕੀ ਕਿਤਾਬਾਂ ਭਾਈ ਸਾਡੇ ਨਾ ਉੱਥੋਂ ਪੜ੍ਹ ਕੇ ਆਏ ਬਿਨਾਂ ਕਿਸੇ ਪੈਸੇ ਦੇ। ਉਹਦਾ YouTube ਤੇ ਮੈਮ ਜ਼ਰੂਰ ਦਿਖਾਇਆ, ਉਹਨੂੰ ਭੇਜ ਦਿਓ, ਲਿੰਕ ਭੇਜ ਦਿਓ ਉਹਨੂੰ, ਠੀਕ ਹੈ ਬੱਚਿਆਂ ਨੂੰ। ਸੋ ਬੱਚੇ 50 ਲੱਖ ਦੀ। ਔਰ ਜਿਹੜੀ ਬੱਚੀ ਪਿਛਲੇ ਸਾਲ 99.4% ਨੰਬਰ ਲੈ ਕੇ CBSE ਵਿੱਚੋਂ ਮੈਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਸਾਰੇ ਚ ਟੌਪ ਕੀਤਾ। ਉਸ ਬੱਚੇ ਦਾ ਨਾਮ ਹੈ ਤਰਨਪ੍ਰੀਤ ਕੌਰ। ਔਰ ਬ੍ਰੌਡਵੇ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੀ ਬੱਚੀ। ਉਹ ਬੱਚੀ ਨੂੰ ਪੁੱਛਿਆ ਤੂੰ ਇੰਨੇ ਬੜੇ ਨੰਬਰ ਕਿੱਦਾਂ ਲੈ ਆਂਦੇ? ਕਹਿੰਦੇ ਮੈਂ 7th ਕਲਾਸ ਵਿੱਚ ਸਹਿਜ ਪਾਠ ਸ਼ੁਰੂ ਕੀਤਾ ਸੀ। ਸਹਿਜ ਪਾਠ ਕਰਨ ਨਾਲ ਕੀ ਹੁੰਦਾ ਬੇਟੇ? ਘੱਟ ਪੜਿਆ ਵੱਧ ਸਮਝ ਲੱਗਦਾ, ਕਿਉਂਕਿ ਮਾਈਂਡ ਸਟੇਬਲ ਹੋ ਜਾਂਦਾ। ਮਾਈਂਡ ਔਰ ਤਨ ਬੱਚੇ ਮੇਰੀ ਹੱਥ ਜੋੜ ਕੇ ਬੇਨਤੀ, ਕਿਹੜੇ ਕਿਹੜੇ ਬੱਚੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ ਔਰ ਸਹਿਜ ਪਾਠ ਨਾਲ ਜੁੜਨਗੇ? ਸਿੱਧੇ ਹੱਥ ਖੜੇ ਕਰੋ। ਸਮਾਪਤੀ ਕਰੀ ਹੈ। ਸ਼ਾਬਾਸ਼, ਡਰਿਓ ਨਾ। ਚਲੋ ਠੀਕ ਤਾਂ ਨਹੀਂ ਕਰ ਦੋ ਮੈਮ। ਬਸ ਇਹੀ ਸਮਾਪਤੀ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ 400 ਸਾਲਾਂ। ਕਿਉਂ ਭਾਈ ਜੀ? ਜਦੋਂ ਸਾਡੇ ਭੈਣ ਭਰਾ ਦਾ ਕਿਸੇ ਦਾ ਬਰਥਡੇ ਆਵੇ, ਅਸੀਂ ਉਹਨੂੰ ਗਿਫਟ ਦਿੰਦੇ ਆ ਨਾ। ਭੈਣ ਭਰਾ ਨੂੰ ਮਾਤਾ ਪਿਤਾ ਬਰਥਡੇ ਤੇ ਗਿਫਟ ਦਿੰਦੇ ਆ ਨਾ। ਜਿਹਨੂੰ ਅਸੀਂ ਆਪਾਂ ਪਿਆਰ ਕਰਦੇ ਆ, ਉਹਨੂੰ ਆਪਾਂ ਗਿਫਟ ਦਿੰਦੇ ਆ ਨਾ। ਤੇ ਜਦੋਂ ਅਸੀਂ ਗਿਫਟ ਦਿੰਦੇ, ਪਹਿਲਾਂ ਦੇਖਦੇ ਵੀ ਮੇਰੀ ਭੈਣ ਨੂੰ ਚਾਹੀਦਾ ਕੀ, ਪਸੰਦ ਕੀ ਹੈ, ਔਰ ਅਸੀਂ ਰਿਐਕਟ ਕਰਕੇ ਦਿੰਦੇ ਆ। ਵੀ ਜਦੋਂ ਖੋਲੇ ਤੇ ਉਹਦੇ ਵਿੱਚ ਪਸੰਦ ਦੀ ਚੀਜ਼ ਨਿਕਲੀ ਤੇ ਖੁਸ਼ ਹੋ। ਤੇ ਜੇ ਉਹਨੂੰ ਖੁਸ਼ੀ ਮਿਲੇਗੀ ਤੇ ਸਾਨੂੰ ਵੀ ਖੁਸ਼ੀ। ਬੱਚਿਓ ਤੁਸੀਂ ਅਸੀਂ ਦੁਨਿਆਵੀ ਚੀਜ਼ਾਂ ਤੇ ਦੇਖਦੇ ਆ ਵੀ ਕਿਹਨੂੰ ਕਿਹੜੀ ਚੀਜ਼ ਪਸੰਦ, ਪਰ ਕਦੀ ਗੁਰੂ ਸਾਹਿਬ ਨੂੰ ਪੁੱਛਿਆ ਨਹੀਂ ਕਿ ਤੁਹਾਨੂੰ ਕੀ ਪਸੰਦ ਹੈ। ਦੱਸ ਦਵਾਂਗੇ ਰਹਿਣ ਨੂੰ। ਸਾਰੇ ਬੱਚੇ ਬੋਲੋ ਹਮਾਰੀ ਪਿਆਰੀ। ਗੁਰੂ ਸਾਹਿਬ ਕਹਿ ਰਹੇ ਨੇ, बोलो हमारी प्यारी अमृतधारी अमृतधारी की बाणी। बाणी जो अमृत लिखे ना पढ़ते हैं, देखो कितनी गल्लां कर रहे, चंगियां लग रही है कि माड़ियां लग रही हैं? हाँ, हमारी प्यारी अमृतधारी गुरनिमुख न मन ते टारी रे, दर्शन परसन सरसन हसन रंग रंगी करतारी रे। सो बच्चों मेरी बेनती है जरूर सਹਿਜ ਪਾਠ ਸ਼ੁਰੂ ਕਰਿਓ, ਡਰਿਓ ਨਾ। ਇਹਦਾ ਤੁਹਾਡੀ ਪੜ੍ਹਾਈ ਵਿੱਚ ਵੀ ਫਰਕ ਪਏਗਾ, ਉਹ ਤੁਹਾਡੀ ਲਿਖਤ ਵਿੱਚ ਵੀ ਫਰਕ ਪਏਗਾ, ਔਰ ਤੁਹਾਡੇ ਅੰਦਰ ਇਮੋਸ਼ਨਸ ਵੀ ਪੈਦਾ ਹੋਣਗੀਆਂ। ਔਰ IQ ਤੁਹਾਡੇ ਲਈ ਇਹ ਗਿਆਨ ਅੰਦਰ ਸਕੂਲ IQ ਤੁਹਾਡਾ ਪੈਦਾ ਕਰ ਰਿਹਾ ਹੈ। ਮੈਮ ਕਿੰਨੇ ਚੀਜ਼ਾਂ ਚਾਹੀਦੀਆਂ ਨੇ। ਸੋ ਆਪਾਂ ਇਹਨਾਂ ਨੂੰ ਆਹ ਚੀਜ਼ ਨਾਲ ਦੇ ਕੇ ਤੇ ਫਿਰ ਆਪਾਂ ਗੁਰੂ ਸਾਹਿਬ ਨੂੰ ਗਿਫਟ ਦਈਏ। ਔਰ ਗੁਰੂ ਸਾਹਿਬ ਫਿਰ ਜਦੋਂ ਕਿਸੇ ਨੂੰ ਗਿਫਟ ਦਈਏ ਉਹ ਫਿਰ ਚੇਤੇ ਰਹਿੰਦਾ ਨਾ ਵੀ ਇਹਨੇ ਮੈਨੂੰ ਗਿਫਟ ਦਿੱਤਾ ਸੀ। ਫਿਰ ਵਾਰੀ ਹੁੰਦੀ ਤਾਂ ਉਹ ਵੀ ਗਿਫਟ ਦਿੰਦਾ ਨਾ। ਫਿਰ ਗੁਰੂ ਸਾਹਿਬ ਵੀ ਤੁਹਾਨੂੰ ਗਿਫਟ ਦੇਣਗੇ। ਔਰ ਪਤਾ ਕਿਹੜਾ ਗਿਫਟ ਦੇਣਗੇ? ਤੁਹਾਡੀ ਜ਼ਿੰਦਗੀ ਸਵਾਰ ਦੇਣਗੇ। ਤੁਹਾਡੀ ਜ਼ਿੰਦਗੀ ਸਵਾਰ ਦੇਣਗੇ। ਹਾਂ, ਵਾਹਿਗੁਰੂ ਜੀ ਕਾ ਖਾਲਸਾ।